Hello everyone, I am Simran. Welcome back to your own channel Scientia. ਉਮੀਦ ਹੈ ਤੁਸੀਂ ਸਾਰੇ ਵਧੀਆ ਹੋਵੋਗੇ ਐਂਡ ਤੁਹਾਡੀ ਪ੍ਰੀਪਰੇਸ਼ਨ ਅੱਛੀ ਚੱਲ ਰਹੀ ਹੈ। ਹਾਂਜੀ, ਅੱਜ ਆਪਾਂ ਮਾਸਟਰ ਕੈਰੀਅਰ ਫਿਜ਼ਿਕਸ ਦੀ ਜੋ ਸੀਰੀਜ਼ ਸਟਾਰਟ ਕੀਤੀ ਹੈ ਉਸ ਨੂੰ ਕੰਟੀਨਿਊ ਕਰਾਂਗੇ। ਨੈਕਸਟ ਟੌਪਿਕ ਕਰਾਂਗੇ ਜੋ ਆਪਣਾ ਇਲੈਕਟ੍ਰਿਸਿਟੀ ਐਂਡ ਮੈਗਨੇਟਿਜ਼ਮ ਦਾ ਹੀ ਹੋਏਗਾ। ਇਹ ਪਾਰਟ ਆਪਣਾ 2B ਹੋਏਗਾ ਕਿਉਂਕਿ ਲਾਸਟ ਆਪਾਂ ਨੇ 2A ਕੀਤਾ ਸੀ, ਜਿਸ ਦੇ ਵਿੱਚ ਮੈਂ ਤੁਹਾਨੂੰ ਜੋ ਲਾਸਟ ਟੌਪਿਕ ਸੀ ਉਹ ਐਕਸੀਅਲ ਲਾਈਨ ਐਂਡ ਇਕੁਆਟੋਰੀਅਲ ਲਾਈਨ ਕਰਵਾਇਆ ਸੀ। ਕਲੀਅਰ? ਉਮੀਦ ਹੈ ਤੁਸੀਂ ਉਹ ਸਾਰੀ ਵੀਡੀਓ ਦੇਖ ਚੁੱਕੇ ਹੋ ਔਰ ਤੁਹਾਨੂੰ ਸਮਝ ਵੀ ਆ ਚੁੱਕੀ ਹੈ। ਐਂਡ ਅਗਰ ਤੁਹਾਨੂੰ ਕੋਈ ਡਾਊਟ ਹੁੰਦਾ ਤਾਂ ਕਮੈਂਟ ਸੈਕਸ਼ਨ ਦੇ ਵਿੱਚ ਤੁਸੀਂ ਕਮੈਂਟ ਕਰਕੇ ਆਪਣਾ ਕੁਐਸਚਨ ਕਲੀਅਰ ਕਰ ਸਕਦੇ ਹੋ। ਕਲੀਅਰ? ਨੈਕਸਟ ਅੱਜ ਆਪਾਂ ਜੋ ਟੌਪਿਕ ਹੈ ਤੁਹਾਡੇ ਸਿਲੇਬਸ ਦੇ ਅਕੋਰਡਿੰਗ ਉਹ ਹੈ ਇਲੈਕਟ੍ਰਿਕ ਫਲਕਸ, ਉਸ ਦੀ ਗੱਲ ਕਰਾਂਗੇ। ਤੁਹਾਡਾ ਟੌਪਿਕ ਹੈ ਇਲੈਕਟ੍ਰਿਕ ਫਲਕਸ। ਦੇਖੋ ਇਲੈਕਟ੍ਰਿਕ ਫਲਕਸ ਕੀ ਹੁੰਦਾ ਤੁਹਾਡੇ ਸਿਲੇਬਸ ਦੇ ਵਿੱਚ ਮੈਂਸ਼ਨ ਹੈ। ਇਸ ਨੂੰ ਆਪਾਂ ਕੀ ਕਹਿ ਸਕਦੇ ਹਾਂ, ਕਹਿੰਦੇ ਕਿ ਨੰਬਰ ਆਫ ਇਲੈਕਟ੍ਰਿਕ ਫੀਲਡ ਲਾਈਨਸ, ਨੰਬਰ ਆਫ ਇਲੈਕਟ੍ਰਿਕ field lines crossing a given area in a direction perpendicular to the area means ਜਿੰਨੀਆਂ ਵੀ ਇਲੈਕਟ੍ਰਿਕ ਫੀਲਡ ਲਾਈਨਸ ਹੈ ਕਹਿੰਦੇ ਜਦੋਂ ਇਹ ਕ੍ਰੋਸ ਕਰਦੀਆਂ ਨੇ ਇੱਕ ਪਰਟੀਕੂਲਰ ਏਰੀਆ ਦੇ ਵਿੱਚੋਂ ਐਂਡ ਕਿਸ ਡਾਇਰੈਕਸ਼ਨ ਦੇ ਵਿੱਚ, ਉਸ ਡਾਇਰੈਕਸ਼ਨ ਦੇ ਵਿੱਚ ਜੋ ਏਰੀਆ ਦੇ ਕੀ ਹੋਊਗਾ ਪਰਪੈਂਡੀਕੂਲਰ, ਇਸ ਤਰੀਕੇ ਦੇ ਨਾਲ। ਇਹ ਸਾਰੀਆਂ ਆਪਣੇ ਕੋਲ ਕੀ ਨੇ, ਇਲੈਕਟ੍ਰਿਕ ਫੀਲਡ ਲਾਈਨਸ ਨੇ। ਕਿੰਨੀਆਂ ਵੀ ਹੋ ਸਕਦੀਆਂ ਨੇ ਜੋ ਇੱਕ ਪਰਟੀਕੂਲਰ ਏਰੀਆ ਦੇ ਵਿੱਚੋਂ ਪਾਸ ਕਰ ਰਹੀਆਂ ਨੇ, ਜੋ ਕੀ ਹੈ ਜੋ ਡਾਇਰੈਕਟ ਕੀ ਕਰ ਰਿਹਾ ਪਰਪੈਂਡੀਕੂਲਰ। ਜਿਸ ਤਰੀਕੇ ਨਾਲ ਇਸ ਨੂੰ ਲੈ ਲਓ, ਇਹ ਜੋ ਐਂਗਲ ਥੀਟਾ ਹੋ ਗਿਆ। ਕਲੀਅਰ? ਆ ਕੋਈ ਵੀ ਏਰੀਆ ਇਸ ਦਾ ਸਮਾਲ ds, ਸਮਾਲ ਏਰੀਆ ਨੂੰ ਆਪਾਂ ds ਨਾਲ ਡਿਨੋਟ ਕਰਦੇ ਹਾਂ। ਕਲੀਅਰ? ਤਾਂ ਇਸ ਨੂੰ ਆਪਾਂ ਕੀ ਲਿਖਦੇ ਹਾਂ, ਆ ਕੋਈ ਵੀ ਲਾਰਜ ਸਰਫੇਸ ਸੀ ਉਸ ਦਾ ਕੀ ਹੈ ds ਕੀ ਹੈ ਆਪਣੇ ਕੋਲ ਸਮਾਲ ਸਰਫੇਸ, ਇਸ ਦੇ ਵਿੱਚੋਂ ਇਲੈਕਟ੍ਰਿਕ ਫੀਲਡ ਲਾਈਨਸ ਪਾਸ ਕਰ ਰਹੀਆਂ ਨੇ ਜੋ ਏਰੀਆ ਦੇ ਕੀ ਨੇ ਪਰਪੈਂਡੀਕੂਲਰ ਹੈ। ਕਲੀਅਰ? ਠੀਕ ਹੈ ਜੀ। ਤਾਂ ਇਸ ਨੂੰ ਆਪਾਂ ਕੀ ਕਹਿ ਦਿੰਦੇ ਹਾਂ, ਇਲੈਕਟ੍ਰਿਕ ਫਲਕਸ ਕਹਿ ਦਿੰਦੇ ਹਾਂ। ਹੁਣ ਇਸ ਨੂੰ ਲਿਖਦੇ ਕਿੱਦਾਂ, d5 ਮੈਥਮੈਟੀਕਲੀ ਲਿਖਦੇ ਹਾਂ, d5 ਇਜ਼ ਇਕੁਅਲ ਟੂ E ਵੈਕਟਰ ਡੋਟ ds ਵੈਕਟਰ। ds ਦਾ ਮਤਲਬ ਹੁੰਦਾ ਚੇਂਜ ਇਨ ਵੈਕਟਰ। ਇਹ ਇੱਕ ਏਰੀਆ ਵੈਕਟਰ ਹੈ, ds ਵੈਕਟਰ ਮਤਲਬ ਇਹ ਏਰੀਆ ਵੈਕਟਰ ਹੈ ਜਿਸ ਦਾ ਜੋ ਮੈਗਨੀਟਿਊਡ ਹੈ ਆਪਾਂ ਨੂੰ ਰੀਪ੍ਰਜੈਂਟ ਕਰਦਾ ਏਰੀਆ ਕੀ ਉਸ ਐਲੀਮੈਂਟ ਦਾ, ਐਂਡ ਜੋ ਡਾਇਰੈਕਸ਼ਨ ਹੈ ਇਸ ਦੀ ਜੋ ਡਾਇਰੈਕਸ਼ਨ ਹੈ ਉਹ ਕੀ ਹੋਊਗੀ, ਨੋਰਮਲ ਹੋਊਗੀ ਐਲੀਮੈਂਟ ਦੇ। ਡਾਇਰੈਕਸ਼ਨ ਕੀ ਹੋਊਗੀ, ਨੋਰਮਲ ਟੂ ਦ ਐਲੀਮੈਂਟ। ਕਲੀਅਰ? ਔਰ ਇਸ ਨੂੰ ਕੀ ਕਿਹਾ ਜਾਂਦਾ ਫਿਰ, ਇਲੈਕਟ੍ਰਿਕ ਫਲਕਸ ਕਿਹਾ ਜਾਂਦਾ। ਅਗਰ ਮੈਂ ਓਪਨ ਸਰਫੇਸ ਦੀ ਗੱਲ ਕਰਾਂ, ਫॉर ਓਪਨ ਸਰਫੇਸ ਜਾਂ ਟੋਟਲ ਇਲੈਕਟ੍ਰਿਕ ਫਲਕਸ ਦੀ ਗੱਲ ਕਰੀਏ ਥਰੂ ਐਨੀ ਫਾਈਨਾਈਟ ਏਰੀਆ, ਤਾਂ ਉਸ ਨੂੰ ਆਪਾਂ ਕੀ ਲਿਖ ਦਿੰਦੇ ਹਾਂ, 5 ਇਜ਼ ਇਕੁਅਲ ਟੂ, ਦੇਖੋ d5 ਸੀ ਨਾ, ਜਦੋਂ ਡੈਰੀਵੇਟਿਵ ਦੀ ਇੰਟੀਗ੍ਰੇਸ਼ਨ ਕਰਦੇ ਹਾਂ ਤਾਂ ਉਹ 5 ਰਹਿ ਜਾਂਦਾ ਹੈ ਨਾ। ਤਾਂ ਇਸ ਸਾਈਡ ਕੀ ਆ ਗਿਆ ਇੰਟੀਗ੍ਰੇਸ਼ਨ, ਸਰਫੇਸ ਦੀ ਕਰ ਰਹੇ ਹਾਂ ਤਾਂ ਆਪਣੇ ਕੋਲ ਕੀ ਆ ਜਾਊਗਾ, ਡਬਲ ਇੰਟੀਗ੍ਰੇਸ਼ਨ ਆ ਜਾਏਗਾ। ਕਲੀਅਰ? ਇਹ ਚੀਜ਼ਾਂ ਧਿਆਨ ਦੇ ਵਿੱਚ ਰੱਖੋਗੇ। ਵੇਟ, ਤਾਂ ਕੀ ਆ ਗਿਆ ਆਪਣੇ ਕੋਲ E ਵੈਕਟਰ ਡੋਟ ds ਵੈਕਟਰ, ਡਬਲ ਇੰਟੀਗ੍ਰੇਸ਼ਨ ਕਿਸ ਦੀ ਹੁੰਦੀ ਹੈ ਆਪਣੇ ਕੋਲ, ਸਰਫੇਸ ਦੀ। ਇਹ ਤਾਂ ਗੱਲ ਹੋ ਗਈ ਓਪਨ ਸਰਫੇਸ ਦੀ। ਅਗਰ ਮੈਂ ਗੱਲ ਕਰਾਂ ਕਲੋਜ਼ਡ ਸਰਫੇਸ ਦੀ, ਫॉर ਕਲੋਜ਼ਡ ਸਰਫੇਸ ਕਲੋਜ਼ਡ ਸਰਫੇਸ ਦੇ ਲਈ ਆਪਾਂ ਕਿੱਦਾਂ ਲਵਾਂਗੇ, 5 ਇਜ਼ ਇਕੁਅਲ ਟੂ ਡਬਲ ਇੰਟੀਗ੍ਰੇਸ਼ਨ। ਹੁਣ ਕਲੋਜ਼ ਦਾ ਇੱਥੇ ਸਾਈਨ ਲਗਾਉਂਗੇ, E ਵੈਕਟਰ ਡੋਟ ds ਵੈਕਟਰ। ਇਹ ਤੁਹਾਡੇ ਕੋਲ ਕਿਸ ਦਾ ਆ ਗਿਆ, ਆਪਣੇ ਕੋਲ ਕਲੋਜ਼ਡ ਸਰਫੇਸ ਦਾ ਆ ਗਿਆ। ਕਲੀਅਰ? ਠੀਕ ਹੈ ਜੀ, ਇੰਨੀ ਚੀਜ਼ ਕਲੀਅਰ ਹੋਈ। ਇਲੈਕਟ੍ਰਿਕ ਫਲਕਸ ਕੀ ਹੁੰਦਾ ਹੈ ਕਿ ਜਦੋਂ ਨੰਬਰ ਆਫ ਇਲੈਕਟ੍ਰਿਕ ਫੀਲਡ ਲਾਈਨਸ ਕਿਸੇ ਵੀ ਪਰਟੀਕੂਲਰ ਏਰੀਆ ਦੇ ਵਿੱਚੋਂ ਪਾਸ ਕਰਦੀਆਂ ਨੇ ਬਟ ਉਹ ਉਸ ਏਰੀਆ ਦੇ ਕੀ ਹੁੰਦੀਆਂ ਨੇ, ਪਰਪੈਂਡੀਕੂਲਰ ਹੁੰਦੀਆਂ ਨੇ, ਉਸ ਨੂੰ ਆਪਾਂ ਕੀ ਬੋਲ ਦਿੰਦੇ ਹਾਂ, ਇਲੈਕਟ੍ਰਿਕ
ਇਲੈਕਟ੍ਰਿਕ ਫਲਕਸ ਬੋਲ ਦਿੰਦੇ ਹਾਂ। ਹੁਣ ਇਲੈਕਟ੍ਰਿਕ ਫਲਕਸ ਦੀ ਯੂਨਿਟ ਦੀ ਅਗਰ ਮੈਂ ਗੱਲ ਕਰਾਂ ਤਾਂ ਇਸ ਦੀ ਜੋ ਯੂਨਿਟ ਹੈ ਉਹ ਕਿਸ ਤਰੀਕੇ ਫਾਈਂਡ ਆਊਟ ਵੀ ਕਰ ਸਕਦੇ ਹੋ ਜਾਂ ਤੁਸੀਂ ਡਾਇਰੈਕਟ ਵੇ ਦੇ ਵਿੱਚ ਧਿਆਨ 'ਚ ਵੀ ਰੱਖ ਸਕਦੇ ਹੋ। ਕਲੀਅਰ? ਤਾਂ ਇਸ ਦੀ SI ਯੂਨਿਟ ਦੀ ਅਗਰ ਆਪਾਂ ਗੱਲ ਕਰੀਏ ਇਲੈਕਟ੍ਰਿਕ ਫਲਕਸ ਦੀ ਹੁੰਦੀ ਹੈ ਨਿਊਟਨ ਪਰ ਕੂਲਮ ਮੀਟਰ ਸਕੁਅਰ। ਇਹ SI ਯੂਨਿਟ ਹੈ ਕਿਸ ਦੀ? ਇਲੈਕਟ੍ਰਿਕ ਫਲਕਸ ਦੀ। ਕਲੀਅਰ? ਨੈਕਸਟ ਜੋ ਟੋਪਿਕ ਹੈ ਉਹ ਇਹਦੇ ਨਾਲ ਹੀ ਹੈ ਤਾਂ ਧਿਆਨ ਦੇ ਨਾਲ ਕਰ ਲਿਓ। ਇਲੈਕਟ੍ਰਿਕ ਫਲਕਸ ਡੈਂਸਿਟੀ। ਇਲੈਕਟ੍ਰਿਕ ਫਲਕਸ ਡੈਂਸਿਟੀ ਜਿਸ ਨੂੰ ਆਪਾਂ ਕੈਪੀਟਲ D ਉੱਪਰ ਐਰੋ ਕਿਉਂਕਿ ਵੈਕਟਰ ਕੁਆਂਟਿਟੀ ਆ ਲਿਖਿਆ ਜਾਂਦਾ। ਹੁਣ ਇਲੈਕਟ੍ਰਿਕ ਫਲਕਸ ਡੈਂਸਿਟੀ ਹੁੰਦਾ ਕੀ ਹੈ? ਸਿੰਪਲ ਵੇ ਦੇ ਵਿੱਚ ਦੇਖੋ ਇਹਦੀ ਡੈਰੀਵੇਸ਼ਨ ਵੀ ਕੀਤੀ ਜਾ ਸਕਦੀ ਹੈ ਪਰ ਉਸ ਦੀ ਆਪਾਂ ਨੂੰ ਵੈਸੇ ਜ਼ਰੂਰਤ ਹੈ ਨਹੀਂ। ਠੀਕ ਹੈ ਜੀ, ਚਲੋ ਕਰ ਲੈਂਦੇ ਹਾਂ। ਇਲੈਕਟ੍ਰਿਕ ਫੀਲਡ E ਕੀ ਹੁੰਦਾ ਆਪਣੇ ਕੋਲ? ਕਿਸੇ ਵੀ ਚਾਰਜ ਦਾ ਐਟ ਅ ਡਿਸਟੈਂਸ R ਕੀ ਬਣੂਗਾ 1/4πε0। ਇਹ ਆਪਾਂ ਕੀਤਾ ਹੋਇਆ। Q/r²। R ਦਾ ਕੀ ਆ ਜਾਂਦਾ ਨਾਲ? ਯੂਨਿਟ ਗੈਪ। ਕਲੀਅਰ? ਹੁਣ ਇੱਥੇ ਕੀ ਆਜੂ ਨਾਲ ਆਪਣੇ ਕੋਲ ε0 E ਇਸ ਸਾਈਡ ਚਲਾ ਗਿਆ। ਕੀ ਰਹਿ ਗਿਆ ਆਪਣੇ ਕੋਲ? Q/4πr²। R ਦਾ ਯੂਨਿਟ ਗੈਪ। ਕਲੀਅਰ? ਜੋ ਆ ਪ੍ਰੋਡਕਟ ਹੈ ε0 ਐਂਡ E ਦੀ, ਜੋ ਆ ਪ੍ਰੋਡਕਟ ਕੀਤੀ ਆਪਾਂ ε0 ਐਂਡ E ਦੀ, ਇਸ ਨੂੰ ਕਿਹਾ ਜਾਂਦਾ ਇਲੈਕਟ੍ਰਿਕ ਫਲਕਸ ਡੈਂਸਿਟੀ। ਇਲੈਕਟ੍ਰਿਕ ਫਲਕਸ ਡੈਂਸਿਟੀ। ਕਲੀਅਰ? ਕਲੀਅਰ ਹੋਇਆ? ਹੁਣ ਅਗਰ ਮੈਂ ਇਸ ਦੀ ਗੱਲ ਕਰਾਂ ਯੂਨਿਟ ਦੀ ਤਾਂ ਉਹ ਕੀ ਹੁੰਦੀ ਆਪਣੇ ਕੋਲ? ਕੂਲਮ ਪਰ ਮੀਟਰ ਸਕੁਅਰ। ਇਸ ਦੀ ਕੀ ਆਪਣੇ ਕੋਲ ਯੂਨਿਟ ਹੈ? ਇਲੈਕਟ੍ਰਿਕ ਫਲਕਸ ਡੈਂਸਿਟੀ ਦੀ ਯੂਨਿਟ। ਕਲੀਅਰ ਹੈ ਜੀ? ਇਹ ਤੁਹਾਡੇ ਸਿਲੇਬਸ ਦੇ ਵਿੱਚ ਲਿਖਿਆ ਨਹੀਂ ਹੋਇਆ ਬਟ ਦੇਖੋ ਕੁਐਸਚਨ ਬਣਦੇ ਟਾਈਮ ਪਤਾ ਨਹੀਂ ਚੱਲਦਾ ਤਾਂ ਆਪਾਂ ਕਿਉਂ ਸਕਿਪ ਕਰੀਏ। ਠੀਕ ਹੈ ਜੀ। ਨੈਕਸਟ ਜੋ ਆਪਾਂ ਟੌਪਿਕ ਦੀ ਗੱਲ ਕਰਾਂਗੇ ਉਹ ਹੈ ਆਪਣੇ ਕੋਲ ਗੌਸ ਲਾ। ਇਸ ਦੇ ਵਿੱਚ ਕੀ ਹੈ? ਦੇਖੋ ਗੌਸ ਲਾ ਦੇ ਵਿੱਚ ਕੀ ਹੈ, ਕੀ ਸਟੇਟ ਕਰਦੇ ਆ ਇਹ? ਇਟ ਸਟੇਟਸ ਦੈਟ total electric flux through a closed surface, total electric flux through a closed surface किस दे इक्वल होगी? 1/ε0 times charge enclosed by the surface when the medium is vacuum। इस च मेन चीज़ की है कि जो मीडियम होएगा मीडियम मतलब माध्यम, वो की होगा अपने को वैक्यूम, मतलब एयर प्रेजेंट नहीं होगी। वेट, क्लीयर? मीडियम की होगा वैक्यूम। तो इसनों लिखिया किद्दां जांदा मैथेमैटिकली? वाई इज़ इक्वल टू क्लोज्ड सरफेस की गल हो रही है तो अपन पता एस की हुंदा अपने कोल ई वैक्टर डॉट डी एस वैक्टर किस दे इक्वल आ जो Q/ε0। यह की अपने कोल गॉस ला। हुण इस दे कुछ केसिस बनते हैं, आपां वो भी कर लैंदे क्योंकि मैं नहीं चाहती कोई भी चीज़ स्किप होवे तुहाडी। ठीक है जी, गॉस ला क्लीयर हो गया, इंपॉर्टेंट है, ध्यान च रखियो। इस दे केस देखो, फर्स्ट केस की है, केस 1। अगर अपने कोल की है लार्ज नंबर ऑफ चार्जिस ने, फॉर लार्ज नंबर ऑफ चार्जिस गॉसियन सरफेस ते, एक चीज़ ध्यान रखियो इस गल आप गॉसियन सरफेस ही करांगे। लार्ज नंबर ऑफ चार्जिस ने Q1 Q2 अप टू Qn। ठीक है जी, तो अपने कोल अगर फाई की गल करिए तो वो कितनी होगी, मतलब टोटल इलैक्ट्रिक फ्लक्स की गल करिए कितनी होगी? फाई इज़ इक्वल टू समीशन I इज़ इक्वल टू 1 to K Qi/ε0। इतने जो I है वो कुछ भी हो सकता है, 1 2, मैं लिखता वैसे समीशन का मतलब होंगे सम ऑफ चार्जिस अप टू K तक। क्लीयर?
क्लीयर होया। इसका केस सैकेंड की है? केस सैकेंड की है अपने को, अगर अपने को की ने पॉइंट चार्ज आउटसाइड द सरफेस है, कोई भी पॉइंट चार्ज है वो आउटसाइड है किस तो, सरफेस तो। क्लियर। तो फिर जो अपने को फाई होगा वो अपने को 0 हो जाऊगा। की होंगे अपने को ई वैक्टर डॉट डी एस वैक्टर किस दे इक्वल आ जाऊगा अपने को 0। ये पॉइंट ध्यान च रखियो, सीधा ही क्वेश्चन बनते एग्जाम के। क्लीयर। ये ध्यान दे विच रखने तुसी केस 2। नैक्सट अपने को केस 3 है जो उसकी आप गल करांगे। केस 3 है अपने को वैन चार्ज इज सिचुएटेड इन डाइलैक्ट्रिक मीडियम। अगर तुहाडा जो चार्ज है वो किहदे विच प्रेजेंट है, इन डाइलैक्ट्रिक मीडियम। तो जो अपने को फाई हुंदा है वो किस दे इक्वल आ जाता है अपने को, क्यू बाय अपसाइलन नॉट के। देखो इसदियाँ डेरीवेशनस हैं बट वो करन दी जरूरत नहीं हैगी, तो मैं सीधा रिजल्ट्स करवा रही हाँ, ये ध्यान दे विच रख लियो। केस 4 की बनता अपने को, जदों कहते फॉर कॉन्टीन्यूज अगर डिस्ट्रीब्यूशन हो रही है चार्ज की, हैविंग चार्ज डेंसिटी रो, अगर आप कॉन्टीन्यूज डिस्ट्रीब्यूशन कर रहे हैं किस दी, चार्ज दी, हैविंग चार्ज डेंसिटी रो, तो अपने कोल की है फाई किस दे इक्वल 1 बाय एप्सिलॉन नॉट वॉल्यूम, ट्रिपल मतलब वॉल्यूम इंटैग्रल रो डी वी। ये अपने कोल की हो गया फोर्थ केस। इन्ना सारे केसिस दे आपां गॉसियन सरफेस लैना, मैं केस फर्स्ट दे विच ही दसदा सी गॉसियन सरफेस लैना है जदों भी आपां ये सारे चारां दी चार केसिस की गल करते हैं। ठीक है जी, क्लीयर। उम्मीद है तुहानूं समझ आया होना। नैक्सट अगर आप गल करिए हुण मान लो तुहानूं कोई नमैरिकल आ जाए, नमैरिकल की बनता है, कहते ए पॉइंट चार्ज ऑफ 2 माइक्रोकूलम, मतलब आपां नूं चार्ज कितना दिता होया, चार्ज कितना दिता है 2 माइक्रोकूलम, 2 माइक्रोकूलम मतलब इंटू 10⁻⁻6। मैं सीधा स्टेटमेंट पढ़ रही हूँ, ठीक है जी। एट द सेंटर ऑफ अ क्यूबिक क्वेश्चन सरफेस 9 सेंटीमीटर ऑन एज। क्लियर। वट इज़ द नेट इलैक्ट्रिक फ्लक्स, इलैक्ट्रिक फ्लक्स फाइंड आउट करनी है। वट इज़ द नेट इलैक्ट्रिक फ्लक्स थ्रू द सरफेस। तो हुण देखो फाई का की फॉर्मूला होंदा, क्यू बाय अपसाइलन नोट। क्यू अपन दिता ही होया 2 × 10⁻⁻6। अपसाइलन नोट की वैल्यू हमेशा याद रखनी है, कितनी होंदी है 8.85। वैसे तो गिवन होगी बट इन केस ना गिवन हुई, इंटू 10⁻⁻12 8.85 इंटू 10⁻⁻12। तो इसनों जदों सोल्व करते हैं अपने को फाई कितना आ जाता है, करके देख लो 1.88 इंटू 10⁻5 या न्यूटन मीटर स्केयर पर कूलम, न्यूटन मीटर स्केयर पर कूलम। ये तुहाडा की हो गया, आंसर हो गया। ठीक है जी, इस तरीके नाल की बन जाते हैं तुहाडे क्वेश्चनस बन जाते हैं जो तुहानूं खुद करने आने चाहिए। क्लीयर। नैक्सट जो आप टॉपिक करना है वो है तुहाडा कर्ल ऑफ इलैक्ट्रिक फील्ड। तुहाडे सिलेबस दे विच मैंशन है कर्ल ऑफ इलैक्ट्रिक फील्ड, कर्ल ऑफ इलैक्ट्रिक फील्ड। कर्ल ऑफ इलैक्ट्रिक फील्ड एक ही होंगे, देखो इहदी मैं तुहानूं डेरीवेशन भी करवा सकती हाँ पर वो बहुत वड्डी चल जूगी, तो मैनूं नहीं लगता उसकी कोई ज़रूरत हैगी है। तो यदा सीधा जिहा रिजल्ट है
बहुत ही ਸਿੰਪਲ। ਪਹਿਲੀ ਗੱਲ ਤਾਂ ਇਹ ਕੀ ਹੋ ਜਾਂਦਾ, ਕੰਜ਼ਰਵੇਟਿਵ ਫੀਲਡ। ਇੱਥੇ ਜੋ ਗੱਲ ਹੋ ਰਹੀ ਹੈ ਉਹ ਕੰਜ਼ਰਵੇਟਿਵ ਫੀਲਡ ਦੀ ਗੱਲ ਹੋ ਰਹੀ ਹੈ, ਠੀਕ ਹੈ ਜੀ। ਤਾਂ ਜੋ ਕਰਲ ਆਫ ਇਲੈਕਟ੍ਰਿਕ ਫੀਲਡ ਹੈ ਉਹ ਹਮੇਸ਼ਾ ਕੀ ਹੁੰਦਾ, ਜ਼ੀਰੋ, ਡਾਇਰੈਕਟ ਹੈ। ਕਰਲ ਆਫ ਇਲੈਕਟ੍ਰਿਕ ਫੀਲਡ ਆਪਣੇ ਕੋਲ ਕੀ ਹੁੰਦਾ, ਜ਼ੀਰੋ ਹੁੰਦਾ। ਕਲੀਅਰ? ਤਾਂ ਕਰਕੇ ਆਪਾਂ ਕਹਿ ਸਕਦੇ ਦੇ ਆਰ ਇਰਰੋਟੇਸ਼ਨਲ ਔਰ ਕੰਜ਼ਰਵੇਟਿਵ, ਕਿਉਂਕਿ ਜ਼ੀਰੋ ਹੁੰਦਾ ਤਾਂ ਇਹ ਕੰਜ਼ਰਵੇਟਿਵ ਫੀਲਡ ਵੀ ਹੈ ਔਰ ਇਰਰੋਟੇਸ਼ਨਲ ਵੀ ਹੈ, ਇਰਰੋਟੇਸ਼ਨਲ। ਕਲੀਅਰ? ਕਿਉਂਕਿ ਇਹਨਾਂ ਕੋਲ ਕੋਈ ਟੈਂਡੈਂਸੀ ਨਹੀਂ ਹੁੰਦੀ, ਨੋ ਟੈਂਡੈਂਸੀ ਔਰ ਇਰੋਟੇਸ਼ਨ ਇਨ ਐਨ ਇਲੈਕਟ੍ਰੋਸਟੈਟਿਕ ਫੀਲਡ। ਇਹਦੀ ਫਿਜ਼ੀਕਲ ਸਿਗਨੀਫਿਕੈਂਸ ਹੈ ਕਿ ਇਹਦੇ ਕੋਲ ਕੋਈ ਵੀ ਰੋਟੇਸ਼ਨ ਨਹੀਂ ਹੁੰਦੀ, ਕਿਹਦੇ ਵਿੱਚ, ਇਲੈਕਟ੍ਰੋਸਟੈਟਿਕ ਫੀਲਡ ਦੇ ਵਿੱਚ। ਤਾਂ ਕਰਲ ਆਫ ਈ ਕੀ ਹੁੰਦਾ ਆਪਣੇ ਕੋਲ, ਜ਼ੀਰੋ ਹੁੰਦਾ। ਕਲੀਅਰ ਹੈ ਜੀ? ਹੁਣ ਆਪਾਂ ਸ਼ੋ ਕਿੱਦਾਂ ਕਰਨਾ, ਮੰਨ ਲਓ ਤੁਹਾਨੂੰ ਕੁਐਸਚਨ ਆ ਜਾਂਦਾ, ਇੱਕ ਕੁਐਸਚਨ ਸੋਲਵ ਕਰਦੇ ਹਾਂ। ਕੁਐਸਚਨ ਆ ਜਾਂਦਾ ਕਿ ਸ਼ੋ ਕਰਨਾ ਕਿ ਇਲੈਕਟ੍ਰਿਕ ਫੀਲਡ ਆਪਾਂ ਨੂੰ ਦਿੱਤਾ ਹੋਇਆ 6xy i ਕੈਪ ਪਲਸ 3x ਸਕੇਅਰ ਮਾਈਨਸ 3y ਸਕੇਅਰ j ਕੈਪ ਇਜ਼ ਕੰਜ਼ਰਵੇਟਿਵ। ਇਹ ਕੰਜ਼ਰਵੇਟਿਵ ਹੈ। ਤਾਂ ਤੁਸੀਂ ਕਿੱਦਾਂ ਇਸ ਨੂੰ ਸੋਲਵ ਕਰੋਗੇ? ਤੁਸੀਂ ਡੈਲ ਕ੍ਰੋਸ ਈ ਵੈਕਟਰ ਇਜ਼ ਇਕੁਅਲ ਟੂ ਜ਼ੀਰੋ, ਕਰਲ ਦਾ ਮਤਲਬ ਇਹੀ ਸੀ, ਕ੍ਰੋਸ ਪ੍ਰੋਡਕਟ, ਇਹਨੂੰ ਜ਼ੀਰੋ ਸ਼ੋ ਕਰ ਦੋਗੇ। ਕਿਸ ਤਰੀਕੇ ਨਾਲ ਆਪਾਂ ਸ਼ੋ ਕਰਕੇ ਹੀ ਦੇਖ ਲੈਂਦੇ ਹਾਂ, ਤੁਸੀਂ ਖੁਦ ਵੀ ਕਰ ਸਕਦੇ ਹੋ ਵੈਸੇ। ਆਈ ਕੈਪ ਜੇ ਕੈਪ ਕੇ ਕੈਪ ਕੀ ਆਊਗਾ, ਕਰਲ ਬਾਈ ਕਰਲ ਐਕਸ, ਕਰਲ ਬਾਈ ਕਰਲ ਵਾਈ, ਕਰਲ ਬਾਈ ਕਰਲ ਜ਼ੈਡ। ਕਿੰਨਾ ਆ ਗਿਆ ਆਪਣੇ ਕੋਲ, ਆਈ ਕੈਪ ਦੀ ਟਰਮ ਕੀ ਆਪਣੇ ਕੋਲ 6xy, ਜੇ ਕੈਪ ਦੀ ਕਿੰਨੀ ਆਪਣੇ ਕੋਲ 3x ਸਕੇਅਰ ਮਾਈਨਸ 3y ਸਕੇਅਰ, ਜੇ ਆਪਾਂ ਨੂੰ ਦਿੱਤਾ ਨਹੀਂ ਹੋਇਆ ਤਾਂ ਜ਼ੀਰੋ। ਹੁਣ ਦੇਖੋ ਸੋਲਵ ਕਰਨਾ ਤਾਂ ਆਉਂਦਾ ਹੀ ਹੋਣਾ, ਆਈ ਵਾਲੇ ਨੂੰ ਛੋੜਿਆ, ਇਹਨਾਂ ਦੀ ਕ੍ਰੋਸ ਪ੍ਰੋਡਕਟ ਹੋ ਜੂਗੀ, ਆਪਸ ਨੈਗੇਟਿਵ ਸਾਈਨ ਲੱਗ ਜੂਗਾ, ਫਿਰ ਇੱਧਰ ਪੋਜ਼ੀਟਿਵ ਨੈਗੇਟਿਵ ਫਿਰ ਪੋਜ਼ੀਟਿਵ, ਇੱਦਾਂ ਹੀ ਚੱਲਦੇ ਆ ਨਾ। ਤਾਂ ਮੈਂ ਤੁਹਾਨੂੰ ਡਾਇਰੈਕਟ ਲਿਖ ਕੇ ਦਿਖਾ ਰਹੀ ਹਾਂ, ਡੈਲ ਵੈਕਟਰ ਕ੍ਰੋਸ ਈ ਵੈਕਟਰ ਕਿਸ ਦੇ ਇਕੁਅਲ ਆ ਗਿਆ, ਆਈ ਕੈਪ, ਇਸ ਦੀ ਜ਼ੀਰੋ ਨਾਲ ਕਰਾਂਗੇ ਜ਼ੀਰੋ, ਇਸ 'ਚ ਕੋਈ ਜ਼ੈਡ ਵਾਲੀ ਟਰਮ ਹੈ ਨਹੀਂ ਤਾਂ ਇਹ ਵੀ ਕਿੰਨਾ ਆ ਗਿਆ, ਜ਼ੀਰੋ। ਐਵੇਂ ਸੋਲਵ ਕਰਨਾ ਪੇਪਰ 'ਚ, ਮਾਈਨਸ ਜੇ ਕੈਪ। ਹੁਣ ਦੇਖੋ ਜੇ ਵਾਲੇ ਨੂੰ ਛੋੜ ਦਿਓ, ਐਕਸ ਦੀ ਜ਼ੀਰੋ ਨਾਲ ਕਰੋਗੇ ਫਿਰ ਜ਼ੀਰੋ, ਮਾਈਨਸ ਕੇ ਵਾਲੀ ਜੇ ਛੋੜਿਆ ਹੋਇਆ ਨਾ, ਐਕਸ ਵਾਈ ਦੇ ਵਿੱਚ ਜ਼ੈਡ ਵਾਲੀ ਟਰਮ ਹੈ ਨਹੀਂ, ਫਿਰ ਜ਼ੀਰੋ। ਚੇਂਜ ਕਰ ਲੈਂਦੇ ਆਪਾਂ ਕਲਰ। ਨੈਕਸਟ ਕੀ ਹੁੰਦਾ, ਪਲੱਸ ਕੇ ਕੈਪ, ਕੇ ਕੈਪ ਦੇ ਵਿੱਚ ਆਹ ਵਾਲੀ ਟਰਮਸ ਛੋੜ ਦੋਗੇ। ਹੁਣ ਇਹਦੇ ਵਿੱਚ ਐਕਸ ਵਾਲੀ ਟਰਮ ਹੈਗੀ, ਇਹਦਾ ਡੈਰੀਵੇਟਿਵ ਹੋ ਜਾਊਗਾ 3x ਸਕੇਅਰ ਦਾ, ਜਦੋਂ ਡੈਰੀਵੇਟਿਵ ਕਰੋਗੇ ਕਿੰਨਾ ਆ ਗਿਆ, 6x, ਤਾਂ 6x ਲਿਖ ਦਿਓ, ਮਾਈਨਸ ਇਸ ਦਾ ਕਰੋਗੇ ਤਾਂ ਇਹਦੇ ਵਿੱਚ ਵੀ y ਵਾਲੀ ਟਰਮ ਹੈਗੀ ਹੈ, ਤਾਂ ਕਿੰਨਾ ਰਹਿ ਗਿਆ, ਮਾਈਨਸ 6x ਰਹਿ ਗਿਆ। ਸੋਲਵ ਕਰੋਗੇ ਇਹ ਤਾਂ ਆਪਣੇ ਕੋਲ ਕੀ ਬਣ ਰਿਹਾ, ਜ਼ੀਰੋ ਬਣ ਰਿਹਾ, ਦਿਸ ਵਨ ਵੀ ਜ਼ੀਰੋ ਬਣ ਰਿਹਾ, ਇਸ ਦੇ ਵਿੱਚ 6x ਤੋਂ 6x ਗਏ ਜ਼ੀਰੋ, ਤਾਂ ਆਨਸਰ ਕੀ ਆ ਗਿਆ, ਜ਼ੀਰੋ। ਮਤਲਬ ਇਹ ਆਪਣੇ ਕੋਲ ਕੀ ਹੈ, ਕੰਜ਼ਰਵੇਟਿਵ ਹੈ ਨੇਚਰ ਦੇ ਵਿੱਚ। ਵੇਟ ਇੱਥੇ ਲਿਖ ਦਿੰਦੇ, ਤਾਂ ਜੋ ਆਪਣੇ ਕੋਲ ਆ ਸਟੇਟਮੈਂਟ ਸੀ ਇਹ ਕੀ ਆਪਣੇ ਕੋਲ ਕੰਜ਼ਰਵੇਟਿਵ। ਇਸ ਤਰੀਕੇ ਨਾਲ ਤੁਹਾਨੂੰ ਨੂਮੈਰੀਕਲ ਆ ਜਾਂਦੇ ਆ। ਤਾਂ ਇਹ ਚੀਜ਼ਾਂ ਤੁਸੀਂ ਪਤਾ ਹੋਣੀਆਂ ਚਾਹੀਦੀਆਂ ਨੇ, ਸਿੰਪਲ ਚੀਜ਼ਾਂ ਨੇ ਕੁਐਸਚਨਸ, ਪਰ ਜਦੋਂ ਕਨਫਿਊਜ਼ ਕਰਦੇ ਨੇ ਤਾਂ ਇਹੀ ਚੀਜ਼ਾਂ ਕਰਦੀਆਂ ਨੇ, ਠੀਕ ਹੈ ਜੀ। ਨੈਕਸਟ ਕੀ ਕਰ ਸਕਦੇ, ਤੁਹਾਨੂੰ ਪੁੱਛ ਸਕਦੇ ਗੋਸ ਲਾ ਇਨ ਇਲੈਕਟ੍ਰੋਸਟੈਟਿਕ ਦੱਸੋ, ਗੋਸ ਲਾ ਇਨ ਇਲੈਕਟ੍ਰੋਸਟੈਟਿਕ। ਤਾਂ ਇਹ ਕੀ ਹੁੰਦਾ ਆਪਣੇ ਕੋਲ, ਗੋਸ ਥਿਊਰਮ ਪਤਾ ਆਪਾਂ ਨੂੰ ਕੀ ਸੀਗੀ, ਫਾਈ ਇਜ਼ ਇਕੁਅਲ ਟੂ ਕਲੋਜ਼ਡ ਇੰਟੈਗਰਲ ਈ ਵੈਕਟਰ ਡੋਟ ਡੀ ਐਸ ਵੈਕਟਰ ਕਿਸ ਦੇ ਇਕੁਅਲ ਹੁੰਦੇ ਆਪਣੇ ਕੋਲ, ਕਿਊ ਬਾਈ ਐਪਸਾਈਲਨ ਨੋਟ। ਕਲੀਅਰ? ਤਾਂ ਇਸ ਨੂੰ ਡਿਫਰੈਂਸ਼ੀਅਲ ਫਾਰਮ ਦੇ ਵਿੱਚ ਲਿਖ ਦਾਂਗੇ, ਕੀ ਬਣ ਜੂਗਾ, ਡੈਲ ਵੈਕਟਰ ਡੋਟ ਈ ਵੈਕਟਰ ਇਜ਼ ਇਕੁਅਲ ਟੂ ਰੋ ਬਾਈ ਐਪਸਾਈਲਨ ਨੋਟ। ਠੀਕ ਹੈ ਜੀ। ਤਾਂ ਇਸ ਨੂੰ ਆਪਾਂ ਕੀ ਕਵਾਂਗੇ, ਇਹਦੇ ਵਿੱਚ ਜੋ ਇਲੈਕਟ੍ਰਿਕ ਡਾਈਪੋਲ ਹੈ ਉਹ ਕੀ ਐਕਸਪੀਰੀਅੰਸ ਕਰਦਾ, ਟੋਰਕ ਐਜ਼ ਵੈਲ ਐਜ਼ ਫੋਰਸ ਇਨ ਨੋਨ ਯੂਨੀਫਾਰਮ
ਇਲੈਕਟ੍ਰਿਕ ਫੀਲਡ, ਇਨ ਨੋਨ ਯੂਨੀਫਾਰਮ ਇਲੈਕਟ੍ਰਿਕ ਫੀਲਡ ਦੇ ਵਿੱਚ। ਠੀਕ ਹੈ ਜੀ। ਇਹ ਚੀਜ਼ ਕੀ ਹੈ ਤੁਸੀਂ ਧਿਆਨ ਰੱਖੋਗੇ। ਹੋਰ ਆਪਾਂ ਨੇ ਕੀ ਕੀਤਾ ਹਜੇ ਤੱਕ, ਜੋ ਮੈਂ ਵੈਸੇ ਗੱਲ ਕਰੀ, ਇੱਕ ਕੀਤਾ ਸੀ ਆਪਾਂ ਨੇ ਇਲੈਕਟ੍ਰਿਕ ਫੀਲਡ ਐਕਸੀਅਲ ਦੇ ਵਿੱਚ ਹੁੰਦਾ, ਜੋ ਉਹ ਟਵਾਈਸ ਹੁੰਦਾ ਕਿਸ ਦੇ, ਇਕੁਟੋਰੀਅਲ ਦੇ। ਠੀਕ ਹੈ, ਇਲੈਕਟ੍ਰਿਕ ਫੀਲਡ ਕਲੀਅਰ। ਇੰਨੀਆਂ ਚੀਜ਼ਾਂ ਕਲੀਅਰ ਹੋ ਗਈਆਂ ਹੋਣੀਆਂ, ਉਮੀਦ ਹੈ ਤੁਹਾਨੂੰ ਸਮਝ ਵੀ ਆ ਰਿਹਾ। ਠੀਕ ਹੈ ਜੀ। ਅਗਰ ਕੋਈ ਡਾਊਟ ਵਗੈਰਾ ਹੋਏ ਤਾਂ ਤੁਸੀਂ ਮੈਨੂੰ ਕਲੀਅਰ ਕਰ ਸਕਦੇ ਹੋ। ਨੈਕਸਟ ਆਪਾਂ ਨੇ ਕੀ ਕਰਨਾ, ਇੱਕ ਤੁਹਾਨੂੰ ਟੌਪਿਕ ਹੈ, ਦੇਖੋ ਮੈਂ ਟੌਪਿਕ ਵਾਈਜ਼ ਚੱਲੂੰਗੀ, ਐਕਸਟਰਾ ਨਹੀਂ ਕੁਝ ਕਰਾਂਗੇ ਆਪਾਂ, ਕਿਉਂਕਿ ਐਕਸਟਰਾ ਕਰਨ ਲੱਗੇ ਤਾਂ ਸਿਲੇਬਸ ਬਹੁਤ ਜ਼ਿਆਦਾ ਹੈ, ਕਵਰ ਹੀ ਨਹੀਂ ਹੋਊਗਾ। ਠੀਕ ਹੈ। ਹੁਣ ਦੇਖੋ ਤੁਹਾਨੂੰ ਦੋ ਚੀਜ਼ਾਂ ਪਤਾ ਹੋਣੀਆਂ ਚਾਹੀਦੀਆਂ ਨੇ, ਕਿਉਂਕਿ ਜੋ ਨੈਕਸਟ ਜੋ ਟੌਪਿਕ ਹੈ ਉਹ ਰਿਲੇਸ਼ਨ ਦਿੱਤਾ ਹੋਇਆ ਤੁਹਾਨੂੰ, ਸੌਰੀ ਪੁੱਛਿਆ ਹੋਇਆ ਬਿਟਵੀਨ ਪੋਟੈਂਸ਼ੀਅਲ ਐਂਡ ਇਲੈਕਟ੍ਰਿਕ ਫੀਲਡ। ਉਹਦੇ ਲਈ ਤੁਹਾਨੂੰ ਇਲੈਕਟ੍ਰਿਕ ਪੋਟੈਂਸ਼ੀਅਲ ਪਤਾ ਹੋਣਾ ਚਾਹੀਦਾ। ਪਹਿਲਾਂ ਪੋਟੈਂਸ਼ੀਅਲ, ਅਗਰ ਮੈਂ ਇਲੈਕਟ੍ਰਿਕ ਪੋਟੈਂਸ਼ੀਅਲ ਦੀ ਗੱਲ ਕਰਾਂ, ਸੌਰੀ ਇਲੈਕਟ੍ਰਿਕ ਪੋਟੈਂਸ਼ੀਅਲ ਬਾਰੇ ਪਤਾ ਹੋਣਾ ਚਾਹੀਦਾ। ਕੀ ਹੁੰਦਾ ਇਲੈਕਟ੍ਰਿਕ ਪੋਟੈਂਸ਼ੀਅਲ? ਕਹਿੰਦੇ ਅਮਾਊਂਟ ਆਫ ਵਰਕ ਡਨ ਇਨ ਬ੍ਰਿੰਗਿੰਗ ਅ ਯੂਨਿਟ ਪੋਜ਼ਿਟਿਵ ਚਾਰਜ। ਕਹਿੰਦੇ ਕਿੰਨਾ ਕੰਮ ਕੀਤਾ ਗਿਆ ਇੱਕ ਯੂਨਿਟ ਪੋਜ਼ਿਟਿਵ ਚਾਰਜ ਨੂੰ ਲੈ ਕੇ ਆਉਣ ਲਈ ਫਰੋਮ ਇਨਫਿਨਾਈਟ ਟੂ ਐਟ ਦੈਟ ਪੁਆਇੰਟ, ਜੋ ਅਗੇਂਸਟ ਕਿਤੇ ਇਲੈਕਟ੍ਰੋਸਟੈਟਿਕ ਫੀਲਡ ਦੇ। ਦੇਖੋ ਮੈਂ ਲਿਖਦੀ ਹਾਂ ਅਮਾਊਂਟ ਆਫ ਵਰਕ ਡਨ, amount of work done in bringing a unit positive charge from infinity to that point which is against the electrostatic force। ਉਸਨੂੰ ਆਪਾਂ ਕੀ ਕਹਿ ਦਿੰਦੇ ਹਾਂ, ਇਲੈਕਟ੍ਰਿਕ ਪੋਟੈਂਸ਼ੀਅਲ ਕਹਿ ਦਿੰਦੇ ਹਾਂ। ਕਿਸ ਤਰੀਕੇ ਨਾਲ ਲਿਖਦੇ ਆਪਾਂ ਇਲੈਕਟ੍ਰਿਕ ਪੋਟੈਂਸ਼ੀਅਲ ਨੂੰ? ਮਤਲਬ ਅਗਰ ਡਾਇਰੈਕਟ ਕੀਤਾ, V ਇਜ਼ ਇਲੈਕਟ੍ਰਿਕ ਪੋਟੈਂਸ਼ੀਅਲ ਦਾ ਸਿੰਬਲ V ਹੈ, ਧਿਆਨ 'ਚ ਰੱਖਿਓ। ਇੰਟੀਗ੍ਰੇਸ਼ਨ ਇਨਫਿਨਿਟੀ ਟੂ ਐਟ ਦੈਟ ਪੁਆਇੰਟ P ਨੈਗੇਟਿਵ ਦੇ ਵਿੱਚ ਆਊਗਾ ਇਹ, E ਵੈਕਟਰ ਡਾਟ DL ਵੈਕਟਰ, ਇਸ ਤਰੀਕੇ ਦੇ ਨਾਲ। ਠੀਕ ਹੈ ਜੀ, ਕਲੀਅਰ। E ਇੱਥੇ ਇਲੈਕਟ੍ਰਿਕ ਫੀਲਡ ਹੈ, ਕਿਸ ਪੁਆਇੰਟ ਦਾ? P ਪੁਆਇੰਟ 'ਤੇ ਗੱਲ ਕਰ ਰਹੇ ਹਾਂ ਆਪਾਂ। DL ਦਾ ਮਤਲਬ ਲੀਨੀਅਰ ਦੀ ਗੱਲ ਹੋ ਰਹੀ ਹੈ ਤਾਂ DL ਲੈ ਕੇ ਚੱਲ ਰਹੇ ਹਾਂ। ਇਲੈਕਟ੍ਰਿਕ ਪੋਟੈਂਸ਼ੀਅਲ ਇੱਕ ਪ੍ਰੋਪਰਟੀ ਹੈ ਕੰਡਕਟਰ ਦੀ, ਜੋ ਆਪਾਂ ਨੂੰ ਡੈਟਰਮਾਈਨ ਕਰਦੀ ਹੈ, ਇਲੈਕਟ੍ਰੀਫਿਕੇਸ਼ਨ ਡੈਟਰਮਾਈਨ ਕਰਦੀ ਹੈ, ਉਸ ਦੇ ਬਾਰੇ ਦੱਸਦੀ ਹੈ। ਠੀਕ ਹੈ ਜੀ। ਇਲੈਕਟ੍ਰਿਕ ਪੋਟੈਂਸ਼ੀਅਲ ਦੀ ਯੂਨਿਟ ਕੀ ਹੁੰਦੀ ਹੈ? ਵੋਲਟ। ਇਸ ਦੀ SI ਯੂਨਿਟ ਕੀ ਹੁੰਦੀ ਹੈ? ਵੋਲਟ। ਕੈਪੀਟਲ V ਨਾਲ ਇਹਨੂੰ ਲਿਖਿਆ ਜਾਂਦਾ ਹੈ। ਕਲੀਅਰ, ਸਮਝ ਆਇਆ? ਹੁਣ ਜੋ ਸਿਲੇਬਸ ਸੀ ਉਹ ਤੁਹਾਡੇ ਲਈ, ਸਿਲੇਬਸ ਦੇ ਵਿੱਚ ਟੌਪਿਕ ਹੈ ਉਹ ਕੀ ਹੈ ਤੁਹਾਡਾ? ਰਿਲੇਸ਼ਨ ਪੁੱਛਿਆ ਗਿਆ ਤੁਹਾਨੂੰ। ਰਿਲੇਸ਼ਨ between potential and electric field। clear? ਕਿੰਨਾ ਹੁੰਦਾ ਆਪਣੇ ਕੋਲ? E is equal to minus del vector V। most important, ਕਿਉਂਕਿ ਇਹ ਕਨਫਿਊਜ਼ ਕਰ ਦਿੰਦਾ ਹੈ, ਉੱਥੇ ਜਾ ਕੇ ਬੱਚਾ ਉਲਝ ਜਾਂਦਾ ਕਿ ਕੀ ਹੋਊਗਾ ਰਿਲੇਸ਼ਨ ਕਿਸ ਦੇ ਵਿਚਕਾਰ, ਪੋਟੈਂਸ਼ੀਅਲ ਐਂਡ ਇਲੈਕਟ੍ਰਿਕ ਫੀਲਡ ਦੇ ਵਿਚਕਾਰ। ਤਾਂ ਇਹ ਚੀਜ਼ਾਂ ਕੀ ਕਰ ਦਿੰਦੀਆਂ ਨੇ? ਕਨਫਿਊਜ਼ ਕਰ ਦਿੰਦੀਆਂ ਨੇ। ਤਾਂ ਸਿੰਪਲੀ ਤੁਹਾਨੂੰ ਪਤਾ ਹੋਣਾ ਚਾਹੀਦਾ ਕੀ ਹੈ ਇਲੈਕਟ੍ਰਿਕ ਫੀਲਡ ਐਟ ਐਨੀ ਪੁਆਇੰਟ, ਜੋ ਕੀ ਹੈ ਆਪਣੇ ਕੋਲ ਇੱਕ ਨੈਗੇਟਿਵ ਗ੍ਰੇਡੀਐਂਟ ਹੈ ਕਿਸ ਦਾ? ਪੋਟੈਂਸ਼ੀਅਲ, ਇਲੈਕਟ੍ਰਿਕ ਪੋਟੈਂਸ਼ੀਅਲ ਦਾ ਉਸ ਪੁਆਇੰਟ 'ਤੇ। ਤਾਂ ਉਸਨੂੰ ਆਪਾਂ ਕੀ ਕਹਿ ਦਿੰਦੇ ਹਾਂ? ਇਹਨਾਂ ਦਾ ਆਪਸੀ ਰਿਲੇਸ਼ਨ। ਇੱਥੇ ਜੋ E ਹੈ ਤੁਹਾਨੂੰ ਪਤਾ ਇਲੈਕਟ੍ਰਿਕ ਫੀਲਡ ਨੂੰ ਡੋਨੇਟ ਕਰ ਰਿਹਾ। ਠੀਕ ਹੈ ਜੀ। ਡੈਰੀਵੇਸ਼ਨਸ ਇਸ ਦੀਆਂ ਬਹੁਤ ਵੱਡੀਆਂ ਨੇ। ਠੀਕ ਹੈ,
ਕਿਸੇ ਪੁਆਇੰਟ ਤੇ ਜੋ ਕਿ ਇੱਕ ਨੈਗੇਟਿਵ ਗ੍ਰੇਡੀਐਂਟ ਹੈ, V ਕੀ ਆਪਣੇ ਕੋਲ ਇਲੈਕਟ੍ਰਿਕ ਪੋਟੈਂਸ਼ੀਅਲ। ਇਸ ਤਰੀਕੇ ਦੇ ਨਾਲ ਕਲੀਅਰ। ਠੀਕ ਹੈ ਜੀ, ਇੰਨਾ ਕੁ ਸਮਝ ਆ ਗਿਆ ਹੋਣਾ ਉਮੀਦ ਹੈ ਤੁਹਾਨੂੰ। ਹੁਣ ਦੇਖੋ ਇਸ 'ਤੇ ਵੀ ਨੂਮੈਰੀਕਲਸ ਆ ਸਕਦੇ ਆ। ਮੈਂ ਤੁਹਾਨੂੰ ਕੋਈ ਵੀ ਚੀਜ਼ ਨਾ ਛੁਡਵਾਉਂਦੀ ਨਹੀਂ ਹੈਗੀ, ਸਾਰਾ ਕਰਵਾਉਂਗੀ, ਕਿਉਂਕਿ ਆਪਾਂ ਨੂੰ ਨਹੀਂ ਪਤਾ ਐਗਜ਼ਾਮ ਕਿੱਦਾਂ ਆਉਣਾ। ਤਾਂ ਇਸ ਦਾ ਅਗਰ ਨੂਮੈਰੀਕਲ ਕੀਤਾ ਜਾਵੇ, ਸਿੰਪਲ ਕਹਿੰਦੇ ਕੈਲਕੂਲੇਟ ਕਰਨਾ ਇਲੈਕਟ੍ਰਿਕ ਫੀਲਡ ਐਟ ਅ ਪੁਆਇੰਟ A 1 2 3 ਕਲੀਅਰ। ਆਪਾਂ ਨੂੰ ਇਸ ਦੀ ਜੋ V ਦੀ ਵੈਲਿਊ ਦਿੱਤੀ ਗਈ ਹੈ, XYZ ਆਪਾਂ ਨੂੰ ਦਿੱਤਾ ਗਿਆ 4x² 3y² plus 9z² ਦੀ ਪਾਵਰ -1/2 ਵੋਲਟ। ਇਹਨੂੰ ਸੋਲਵ ਕਰਨਾ ਆਪਾਂ ਨੇ। ਕਿਸ ਤਰੀਕੇ ਨਾਲ ਸੋਲਵ ਹੋਊਗਾ, ਆਪਾਂ ਨੂੰ ਕੀ ਪਤਾ ਹੁੰਦਾ ਕਿ ਕਿੱਦਾਂ ਸੋਲਵ ਕਰਦੇ ਆ, ਮਾਈਨਸ ਡੈਲ ਵੈਕਟਰ V। ਡੈਲ ਵੈਕਟਰ ਆਪਾਂ ਨੂੰ ਪਤਾ ਕਿੰਨਾ ਹੁੰਦਾ, I cap curl by curl X plus J cap curl by curl Y plus K cap curl by curl Z। ਨਾਲ ਆਪਾਂ ਨੂੰ ਜੋ V ਦਿੱਤਾ ਹੋਇਆ ਉਹ ਆ ਚੀਜ਼ ਆ ਜੂਗੀ। ਕਲੀਅਰ, ਮੈਂ ਇੱਥੇ ਸ਼ਾਰਟ ਕੀਤਾ ਥੋੜ੍ਹਾ ਜਿਹਾ। ਕਲੀਅਰ ਹੈ ਜੀ। ਹੁਣ ਇਹਨੂੰ ਖੋਲ੍ਹਣਾ ਤਾਂ ਤੁਹਾਨੂੰ ਆਉਂਦਾ ਹੀ ਹੈ। ਸਿੰਪਲੀ ਕਿਸ ਤਰੀਕੇ ਨਾਲ ਖੁੱਲੂਗਾ, ਜੋ ਇਹਦੀ ਪਾਵਰ ਹੈ ਉਹ ਅੱਗੇ ਆ ਜਾਂਦੀ ਹੁੰਦੀ ਹੈ। ਠੀਕ ਹੈ, ਕਿੰਨਾ ਬਣ ਗਿਆ 1/2 4/x² plus 3y²। ਦੇਖੋ ਇੱਥੇ ਵੀ ਮਾਈਨਸ ਸੀ, ਇਹਦਾ ਵੀ ਨੈਗੇਟਿਵ ਹੈ ਤਾਂ ਪੋਜ਼ੀਟਿਵ ਹੋ ਗਿਆ, ਮੈਂ ਕਿ ਦੱਸਦਾ 3y² plus 9z²। ਕਲੀਅਰ, ਦੀ ਪਾਵਰ ਕਿੰਨਾ ਹੋ ਗਿਆ -3/2। ਡੈਰੀਵੇਟਿਵ ਆਉਂਦਾ ਨਾ -1/2 + 1 ਕਰਾਂਗੇ, 2 LCM ਲੈ ਲਓ, -1 + 2 ਹੋ ਜੂਗਾ। ਸੌਰੀ ਨੈਗੇਟਿਵ ਆਉਣਾ ਸੀ, ਕੀ ਬਣ ਗਿਆ -3/2। ਕਲੀਅਰ, ਤਾਂ ਇਸ ਤਰੀਕੇ ਨਾਲ ਕਦੇ ਪਾਵਰ ਘੱਟ ਜਾਂਦੀ ਹੈ, ਸੌਰੀ। ਤਾਂ ਇਸ ਤਰੀਕੇ ਨਾਲ ਹੋ ਗਿਆ। ਨੈਕਸਟ ਆਪਾਂ ਇਸ ਨੂੰ ਖੋਲ ਦਾਂਗੇ, ਕੀ ਬਣ ਗਿਆ I cap 2 ਅੱਗੇ ਆ ਗਿਆ, ਕਿੰਨਾ ਬਣ ਗਿਆ 8x। ਦੇਖੋ ਪਾਵਰ ਘਟੀ ਹੈ, ਸੌਰੀ ਤਾਂ ਇੱਥੇ ਨੈਗੇਟਿਵ ਆਉਣਾ ਸੀਗਾ, ਆਪਾਂ ਮੈਂ ਕਰ ਹੀ ਦਿੰਦੀ ਹਾਂ, ਕਨਫਿਊਜ਼ ਨਾ ਹੋ ਜਿਓ। ਕਲੀਅਰ, ਤਾਂ 8x ਆ ਗਿਆ ਪਲੱਸ J cap 6y ਨਾਲ ਕੀ ਆ ਗਿਆ ਆਪਣੇ ਕੋਲ ਪਲੱਸ K cap 18z। ਕਲੀਅਰ ਹੋਇਆ ਜੀ, ਇੱਥੇ ਇੰਨੀ ਚੀਜ਼ ਕਲੀਅਰ ਹੋਈ। ਹੁਣ ਸਿੰਪਲੀ ਕੀ ਕਰਨਾ, ਤੁਸੀਂ XYZ ਦੇ ਵਿੱਚ ਤੁਸੀਂ ਵੈਲਿਊ ਪੁੱਟ ਕਰਨਾ 1 2 3 1 2 3। ਜਦੋਂ ਤੁਸੀਂ ਵੈਲਿਊਜ਼ ਪੁੱਟ ਕਰਦੇ ਆਪਾਂ ਕਰ ਲੈਂਦੇ ਹਾਂ 1/2 4 x ਦੀ ਵੈਲਿਊ 1 ਪੁੱਟ ਕੀਤੀ, ਕਿੰਨਾ ਆ ਗਿਆ 4 ਪਲੱਸ y ਦੀ ਵੈਲਿਊ ਤੁਸੀਂ ਕਿੰਨੀ ਪੁੱਟ ਕਰਨੀ 2 2 ਦਾ ਸਕੇਅਰ 4 4 3 12 ਪਲੱਸ z ਦੀ ਸਕੇਅਰ ਦੀ ਵੈਲਿਊ ਕਿੰਨੀ ਕਰੋਗੇ 9 9 9 81 ਦੀ ਪਾਵਰ ਕਿੰਨੀ ਆ ਗਈ -3/2। ਕਲੀਅਰ, ਨੈਕਸਟ ਫਿਰ ਇਹਨਾਂ 'ਚ ਕਰ ਦਿਓ, ਕਿੰਨਾ ਆ ਗਿਆ x ਦੀ ਵੈਲਿਊ 1 ਪੁੱਟ ਕੀਤੀ 8i ਪਲੱਸ y ਦੀ ਵੈਲਿਊ 2 ਪੁੱਟ ਕੀਤੀ 6 2 12 12 J cap ਪਲੱਸ z ਦੀ ਵੈਲਿਊ 3 ਪੁੱਟ ਕੀਤੀ 18 3 54 54 K cap। ਇੰਨੀ ਚੀਜ਼ ਕਲੀਅਰ ਹੋਈ। ਹੁਣ ਇੱਥੋਂ ਆਨਸਰ ਤੁਹਾਡਾ ਸਿੰਪਲੀ ਬਣ ਜੂਗਾ 8i cap plus 12 J cap plus 54 K cap ਡਿਵਾਈਡਡ ਬਾਈ ਇਹਨਾਂ ਦਾ ਸਮ ਕਰ ਦਾਂਗੇ, ਕਿੰਨਾ ਬਣ ਜੂਗਾ 12 + 4 16 16 + 81 97 ਦੀ ਪਾਵਰ 3/2 ਨਾਲ ਕੀ ਆਪਣੇ ਕੋਲ 2, ਤਾਂ ਇਸ ਨੂੰ 2 × ਲਿਖ ਸਕਦੇ ਹੋ, ਕਿੰਨਾ ਨਾਲ ਯੂਨਿਟ ਪਾ ਦਿਓ ਨਿਊਟਨ ਪਰ ਕੂਲਮ। ਇਹ ਤੁਹਾਡਾ ਕੀ ਹੋ ਗਿਆ ਆਨਸਰ। ਕਲੀਅਰ ਹੋਇਆ। ਤਾਂ ਦੇਖੋ ਨੂਮੈਰੀਕਲ ਤੁਹਾਨੂੰ ਕਿਸੇ ਵੀ ਤਰੀਕੇ ਦਾ ਬਣ ਸਕਦਾ, ਤਾਂ ਇਸ ਦੇ ਵਿੱਚ ਕਨਫਿਊਜ਼ ਨਹੀਂ ਹੋਣਾ। ਠੀਕ ਹੈ ਜੀ, ਇਹ ਤੁਹਾਨੂੰ ਪਤਾ ਹੋਣੇ ਚਾਹੀਦੇ। ਇਸ ਤੋਂ ਬਾਅਦ ਆਪਾਂ ਜੋ ਟੌਪਿਕ ਕਰਨਾ ਉਹ ਕਰਨਾ ਲੈਪਲੇਸ ਐਂਡ ਪੋਇਜ਼ਨਸ ਇਕੁਏਸ਼ਨਸ, ਜੋ ਤੁਹਾਡੇ ਸਿਲੇਬਸ ਦੇ ਵਿੱਚ ਕੀ ਨੇ ਮੈਂਸ਼ਨ ਨੇ, ਔਰ ਇਹ ਐਗਜ਼ਾਮ ਦੇ ਵਿੱਚ ਇਹਨਾਂ ਦਾ ਕੁਐਸਚਨ ਵੀ ਬਣਿਆ, ਤਾਂ ਇਹਨਾਂ ਨੂੰ ਤਾਂ ਛੋੜ ਹੀ ਨਹੀਂ ਸਕਦੇ, ਸਕਿਪ ਕਰਨਾ ਬਣਦਾ ਹੀ ਨਹੀਂ ਹੈ। ਲੈਪਲੇਸ ਐਂਡ ਪੋਇਜ਼ਨਸ ਇਕੁਏਸ਼ਨ, ਲੈਪਲੇਸ
एंड पॉइजनस इक्वेशनस। ये बिल्कुल सिंपल ने बट ये ना बच्चे कन्फ्यूज़ हो जाते हैं इन्हों के। तो वो चीज़ आपां स्किप करनी है, कन्फ्यूज़ नहीं होना। हुण आपां नूं देखो कुछ चीज़ां पता ने, जिद्दां आपां नूं पता है जो इलैक्ट्रिक फील्ड ई है तो इसका जो रिलेशन है इलैक्ट्रिक पोटैंशियल नाल वो की है माइनस डेल वैक्टर वी। ये चीज़ आपां नूं पता है। हुण डिफरेंशियल फॉर्म भी पता है आपां नूं गोज़ दी, वो कितनी हुंदी है डेल वैक्टर डॉट ई वैक्टर इज़ इक्वल टू रो बाय एप्सिलॉन नॉट। ये आपां नूं पता है कि है गोस ला दी डिफरेंशियल फॉर्म है। फ्रॉम 1 एंड 2 इन्हां दोनों तो आपां ने की करांगे, जो फर्स्ट है इस तो ये मैं इंसर्ट कर दूँगी, पुट कर दूँगी, तो अपने कोल की बन जूगा डेल स्केयर वी इज़ इक्वल टू माइनस रो बाय एप्सिलॉन नॉट। नैगेटिव मैं इधर हैगी, इसनूं आपां की कह दिंदे आ पॉइजनस इक्वेशन। की कह दिंदे आ इसनूं आपां पॉइजनस इक्वेशन इन इलैक्ट्रोस्टैटिक। मोस्ट इंपोर्टेंट है जी, ये तो बस रट लो, मोस्ट इंपोर्टेंट। नाले मैं तुहानूं डेरीवेशन करवाती। अगर तुहानूं पूछ लैन, देखो ये नाल ही कवर हो जू, ये चीज़ क्लीयर हुई तुहानूं। हुण अगर तुहानूं पूछ लैन फॉर फ्री स्पेस दे लई जो अपना रो हुंदा है ये किस दे इक्वल हुंदा है 0। अगर रो 0 हो गया सी, पिछली इक्वेशन की सी डेल स्केयर वी इज़ इक्वल टू माइनस रो बाय एप्सिलॉन नॉट, यही सी ना अपने कोल पॉइजनस इक्वेशन। हुण अगर मैं रो 0 करदा इत्थे, रो की कर दी आपां 0, तो डेल स्केयर वी कि इक्वल आ गया 0 दे। हुण इस जो डेल स्केयर वी 0 दे इक्वल आया, इसनूं आपां की कह दिंदे लैपलेस इक्वेशन इन इलैक्ट्रोस्टैटिक, या होर की कह सकते हो तुसीं डेल वैक्टर डॉट ई वैक्टर इज़ इक्वल टू 0, डेल ते वैक्टर नाल आई हो जाए, डाइवर्जेंस ऑफ ई इज़ इक्वल टू 0। ये अपने कोल की ने लैपलेस इक्वेशन। क्लीयर, बहुत इंपॉर्टेंट है लैपलेस इक्वेशन ते पॉइजनस इक्वेशन, बनिया एक दूजे तो ही हुई ने। हुण इहदा न्यूमैरिकल भी आपां क्यों स्किप करिए है ना, तो इसका न्यूमैरिकल देखो, जिद्दां तुहानूं इक्वेशन आ गई फाई इज़ इक्वल टू एक्स स्केयर माइनस वाई स्केयर प्लस जैड। कहते इनू शो करना है कि ये लैपलेस इक्वेशन है, किद्दां करांगे, डेल स्केयर फाई किस दे इक्वल हुंदा है 0 दे, कर दो। डेल स्केयर की हो गया कर्ल स्केयर बाय कर्ल एक्स स्केयर प्लस कर्ल स्केयर बाय कर्ल वाई स्केयर प्लस कर्ल स्केयर बाय कर्ल जैड स्केयर। नाल आपां की लैना है फाई किन्ना अपने कोल एक्स स्केयर माइनस वाई स्केयर प्लस जैड इज़ इक्वल टू 0। जो पुट करांगे की बन जूगा, इसका डेरीवेशन डबल टाइम करना है, पहला सिंगल बार करोगे तो 2x आ गया, 2x का फिर डेरीवेटिव करोगे 2 कितना आ गया 2, वाई का करोगे सिमिलरली -2, जैड का करोगे 0, तो हुण 2 नाल 2 भी कैंसल कितना आ गया 0। इसका मतलब इस तो सैटिस्फाई कर रहा है, तो ये लैपलेस इक्वेशन है, मतलब ये शो कर रही है कि ये लैपलेस इक्वेशन है क्योंकि ये सैटिस्फाई कर रही है। क्लीयर है जी, समझ आया। अज तो मैं छोटे छोटे टॉपिक करवाए बट विद द हैल्प ऑफ नोमैरिकल्स करवाए हैं, तो तुसीं नोमैरिकल्स नूं की करोगे घरे ट्राई करोगे, जिन्ने भी नोमैरिकल्स तुहानूं मिलते हैं आनगे छोटे छोटे, ज़्यादा लेंथी नहीं आते, तो नोमैरिकल्स नूं ट्राई करना है। एंड कोई डाउट होया तो अपने डाउट नूं क्लीयर कर सकते हो तुसीं किस दे विच कमेंट सैक्शन दे विच पुछ के। क्लीयर, एंड वीडियो नूं लाइक करना ना भुल्लियो, शेयर करो अपने फ्रेंड्स दे नाल जो की कर रहे हैं मास्टर कैडर की प्रिपरेशन कर रहे हैं, या साइंस के कोई भी टॉपिक मतलब जो उन्होंने चाहिए साइंस की प्रिपरेशन कर रहे हैं कॉम्पीटिटिव एग्जाम्स के लिए, उन्होंने नाल भी तुसीं शेयर कर सकते हो अपनी वीडियो नूं। टैलीग्राम ग्रुप नूं ज्वाइन कर लो, डिस्क्रिप्शन बॉक्स के विच लिंक तुहानूं प्रोवाइड किया गया। क्लीयर है जी, थैंक यू सो मच, थैंक यू सो मच।